ਆਪਾਂ ਗੁਰਬਾਣੀ ਦੇ ਵਿੱਚ ਜਦੋਂ ਆਖਦੇ ਹਾਂ, ਪੜ੍ਹਦੇ ਹਾਂ ਤੇ ਉਹਨੂੰ ਵਿਚਾਰ ਕਰਦੇ ਹਾਂ, ਤਾਂ ਸਾਡੇ ਲਈ ਤਾਂ ਕੁੜੀਆਂ ਦਾ ਹੀ ਸਹੁਰਾ ਤੇ ਪੇਕਾ ਘਰ ਆ। ਅਸੀਂ ਕਹਿੰਦੇ ਹਾਂ ਵੀ ਇਹ ਪੇਕੇ ਘਰੇ ਸਦਾ ਨਹੀਂ ਰਹਿਣਗੀਆਂ, ਇਹ ਸਹੁਰੇ ਘਰੇ ਚਲੀਆਂ ਜਾਣਗੀਆਂ। ਇੱਦਾਂ ਦੀ ਧਾਰਨਾ ਇਸ ਸਮਾਜ ਦੀ ਆ ਵੀ ਇਹਨਾਂ ਦਾ ਸਦਾ ਵਾਸਤੇ ਪੇਕੇ ਘਰ ਦੇ ਵਿੱਚ ਕੋਈ ਟਿਕਾਣਾ ਨਹੀਂ ਹੁੰਦਾ। ਅਤੇ ਜਿਹੜੀਆਂ ਕੁੜੀਆਂ ਹੁੰਦੀਆਂ ਨੇ ਇਹਨਾਂ ਦੇ ਘਰ ਨਹੀਂ ਹੁੰਦੇ, ਨਾ ਪੇਕਾ ਘਰ ਇਹਨਾਂ ਦਾ ਕਦੇ ਬਣਦਾ ਅਤੇ ਨਾ ਸਹੁਰਾ ਘਰ ਇਹਨਾਂ ਦਾ ਕਦੇ ਬਣਦਾ। ਇਹਨਾਂ ਦਾ ਕੋਈ ਘਰ ਨਹੀਂ ਹੁੰਦਾ। ਇਹ ਆਮ ਲੇਖਕ ਵੀ ਕਹਿੰਦੇ ਨੇ। ਗੁਰੂ ਸਾਹਿਬ ਜੀ ਇਹ ਕਹਿ ਰਹੇ ਨੇ ਸਾਰੀ ਦੁਨੀਆ ਦਾ ਹੀ ਪੇਕਾ ਘਰ ਆ ਇੱਕ। ਕਿਹੜਾ ਪੇਕਾ ਘਰ ਆ? ਆਹ ਦੁਨੀਆ, ਇਹ ਸਾਰਿਆਂ ਦਾ ਪੇਕਾ ਘਰ ਆ। ਇਹ ਛੱਡ ਕੇ ਸਾਰਿਆਂ ਨੇ ਹੀ ਸਹੁਰੇ ਘਰੇ ਚਲੇ ਜਾਣਾ। ਸਹੁਰਾ ਘਰ ਕੀ ਆ? ਪਰਲੋਕ। ਜਿੰਨੀਆਂ ਆਪਾਂ ਰੂਹਾਂ ਹਾਂ, ਆਤਮਾਵਾਂ ਵਾਂ, ਸਾਡਾ ਸਾਰਿਆਂ ਦਾ ਇਹ ਪੇਕਾ ਘਰ ਆ ਸੰਸਾਰ। ਅਤੇ ਪੇਕੇ ਘਰ ਦੇ ਵਿੱਚ ਸਦਾ ਥੋੜ੍ਹੀ ਰਹਿਣਾ ਹੁੰਦਾ। ਇਵੇਂ ਸਮਝਾਉਂਦੀ ਆ ਬਾਣੀ। ਬਾਣੀ ਦਾ ਜਿਹੜਾ ਸਮਝਾਉਣ ਦਾ ਤਰੀਕਾ ਬੜਾ ਨਿਰਾਲਾ ਵਾ, ਬਹੁਤ ਸੋਹਣਾ ਅਤੇ ਨਿਰਾਲਾ ਵਾ। ਜਿਵੇਂ ਅਸੀਂ ਸੋਚਦੇ ਹਾਂ ਨਾ, ਉਵੇਂ ਤਾਂ ਬਿਲਕੁਲ ਵੀ ਨਹੀਂ। ਉਹ ਇੱਕ ਬੱਚੀ ਹੁੰਦੀ ਆ, ਜਦੋਂ ਉਹ ਆਪਦੀ ਮਾਂ ਨੂੰ ਕਹਿੰਦੀ ਆ, ਮਾਂ ਤੇਰੇ ਨਾਲ ਮੇਰੀ ਮੁਹੱਬਤ ਬਹੁਤ ਆ, ਤੇਰੇ ਨਾਲ ਮੇਰਾ ਪਿਆਰ ਬਹੁਤ ਆ, ਮੈਂ ਵਿਆਹ ਨਹੀਂ ਕਰਾਉਣਾ, ਮੈਂ ਸਹੁਰੇ ਘਰੇ ਨਹੀਂ ਜਾਣਾ, ਮੈਂ ਪੇਕੇ ਘਰੇ ਤੇਰੇ ਕੋਲ ਹੀ ਰਹਿਣਾ। ਇਹ ਆਮ ਹੁੰਦੀ ਹੈ ਗੱਲ ਜਦੋਂ ਛੋਟੀਆਂ ਹੁੰਦੀਆਂ ਨੇ ਬੱਚੀਆਂ, ਜਾਂ ਕਈ ਵਾਰੀ ਜਿੱਦ ਕਰਦੇ ਹਾਂ ਆਪਾਂ ਤੇਰਾ ਵਿਆਹ ਕਰ ਦੇਣਾ। ਮਾਂ ਨੂੰ ਕੀ ਕਹਿੰਦੀ ਹੁੰਦੀ ਆ? ਮਾਂ ਨੂੰ ਕਹਿੰਦੀ ਹੁੰਦੀ ਆ ਵੀ ਨਾ, ਇਹ ਦੁਨੀਆ ਦੀ ਰੀਤ ਆ, ਇਹ ਦੁਨੀਆ ਦੀ ਰੀਤ ਆ, ਕੁੜੀਆਂ ਨੂੰ ਜਾਣਾ ਹੀ ਪੈਂਦਾ। ਮੈਂ ਵੀ ਤਾਂ ਆਈ ਹਾਂ ਨਾ, ਮੈਂ ਵੀ ਤਾਂ ਆਈ ਹਾਂ ਆਪਦਾ ਪੇਕਾ ਘਰ ਛੱਡ ਕੇ ਇੱਥੇ, ਤੈਨੂੰ ਵੀ ਜਾਣਾ ਪਊਗਾ, ਇਹ ਰੀਤ ਆ। ਗੁਰੂ ਸਾਹਿਬ ਜੀ ਵੇਖੋ ਹੁਣ ਕੀ ਕਹਿ ਰਹੇ ਨੇ। ਸਵਣਾ ਸਹੁਰੇ ਵੰਝਣਾ ਸਭ ਮੁਕਲਾਵਣ ਹਾਰ। ਸਾਰਿਆਂ ਦਾ ਮੁਕਲਾਵਾ ਆਵੇਗਾ। ਕੁੜੀਆਂ ਦੇ ਕੱਲੀਆਂ ਦੇ ਪੇਕੇ ਘਰ ਸਹੁਰੇ ਘਰ ਨਹੀਂ ਹੁੰਦੇ, ਹਰ ਰੂਹ ਦੇ ਹੁੰਦੇ ਨੇ। ਹਰ ਇੱਕ ਰੂਹ ਆ, ਚਾਹੇ ਉਹ ਮੇਲ ਆ ਚਾਹੇ ਫੀਮੇਲ ਆ, ਚਾਹੇ ਉਹ ਮਰਦ ਹੈ ਚਾਹੇ ਇਸਤਰੀ ਹੈ, ਹਰ ਇੱਕ ਰੂਹ ਦਾ ਇੱਥੇ ਆ ਪੇਕਾ ਘਰ ਆਪਣਾ, ਆ ਸੰਸਾਰ, ਇਹਨੂੰ ਛੱਡ ਕੇ ਆਪਾਂ ਸਹੁਰੇ ਘਰ ਚਲੇ ਜਾਣਾ। ਅਤੇ ਲਾੜਾ ਕੌਣ ਹੋਵੇਗਾ? ਲਾੜਾ ਮੌਤ ਹੋਵੇਗੀ। ਅੱਜ ਦੇ ਬਚਨਾਂ ਵਿੱਚ ਇਹ ਕਹਿ ਰਹੇ ਨੇ। ਦੁਲਹਾ ਕੌਣ ਹੋਵੇਗਾ? ਦੁਲਹਾ ਕੌਣ ਹੋਵੇਗਾ? ਮੌਤ ਦਾ ਲਾੜਾ ਹੋਵੇਗਾ। ਉਹ ਆਵੇਗਾ, ਜਿੰਦ ਰੂਪੀ ਵਹੁਟੀ ਨੂੰ ਵਿਆਹ ਕੇ ਲੈ ਜਾਵੇਗਾ। ਇਹ ਜਿੰਦੇ ਤੈਨੂੰ ਪੇਕਾ ਘਰ ਛੱਡ ਕੇ ਜਾਣਾ ਪਵੇਗਾ, ਜਾਣਾ ਪਵੇਗਾ। ਇੱਥੇ ਸਦਾ ਵਾਸਤੇ ਰਹਿਣਾ ਨਹੀਂ। ਸਵਣਾ ਸਹੁਰੇ ਵੰਝਣਾ ਸਭ ਮੁਕਲਾਵਣ ਹਾਰ। ਕੱਲੀਆਂ ਕੁੜੀਆਂ ਪੇਕਾ ਘਰ ਨਹੀਂ ਛੱਡਦੀਆਂ। ਅਕੋਰਡਿੰਗ ਟੂ ਬਾਣੀ ਸਾਰੀ ਦੁਨੀਆ ਦਾ ਹੀ ਪੇਕਾ ਘਰ ਆ ਸੰਸਾਰ। ਅਸੀਂ ਇਹ ਛੱਡ ਕੇ ਚਲੇ ਜਾਣਾ। ਸਹੁਰੇ ਘਰ ਪੱਕਾ ਟਿਕਾਣਾ ਹੈ। ਸੰਗ ਚਲਤ ਹੈ ਹਮ ਭੀ ਚੱਲਣਾ। ਇਹ ਪੰਕਤੀ ਦੇ ਇਹ ਅਰਥ ਨੇ। ਕੱਲੀਆਂ ਕੁੜੀਆਂ ਨਹੀਂ ਜਾਣਗੀਆਂ ਪੇਕਾ ਘਰ ਛੱਡ ਕੇ, ਅਸੀਂ ਵੀ ਜਾਵਾਂਗੇ। ਆਹ ਦੁਨੀਆ ਪੇਕਾ ਘਰ ਹੀ ਆ, ਸਹੁਰਾ ਘਰ ਪਰਲੋਕ ਹੈ। ਉੱਥੇ ਆਤਮਾਵਾਂ ਜਾ ਕੇ ਵਸ ਜਾਣਗੀਆਂ। ਦੂਰ ਗਗਨ ਸਿਰ ਉੱਪਰ ਮਰਨਾ, ਅੱਗੇ ਕਹਿ ਰਹੇ ਨੇ। ਇਨਸਾਨ ਨੇ ਕਹਿੰਦੇ ਮੌਤ ਨੂੰ ਬੜੀ ਦੂਰ ਸਮਝਿਆ ਹੋਇਆ ਵਾ। ਕਿਤਨੀ ਕੁ ਦੂਰ, ਕਿਤਨੀ ਕੁ ਦੂਰ। ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨਾ ਅਤੇ ਭਾਈ ਬਾਲਾ ਜੀ ਨੂੰ ਪੁੱਛਦੇ ਨੇ, ਕਹਿੰਦੇ ਮੌਤ ਨੂੰ ਕਿੰਨੀ ਕੁ ਨੇੜੇ ਜਾਣਿਆ ਭਾਈ ਸਾਹਿਬ ਜੀ? ਮੌਤ ਨੂੰ ਕਿੰਨੀ ਕੁ ਨੇੜੇ ਜਾਣਿਆ ਵਾ? ਭਾਈ ਬਾਲਾ ਜੀ ਕਹਿੰਦੇ ਮਹਾਰਾਜ, ਅੱਜ ਦਾ ਸੂਰਜ ਦੇਖਿਆ, ਕੱਲ੍ਹ ਦਾ ਵੇਖਣਾ ਕਿ ਨਹੀਂ ਇਹ ਪਤਾ ਨਹੀਂ, ਇਹ ਨਹੀਂ ਨੇੜੇ ਜਾਣਿਆ। ਕਹਿੰਦੇ ਬੜੀ ਦੂਰ ਜਾਣਿਆ ਅਜੇ। ਭਾਈ ਮਰਦਾਨਾ ਜੀ ਤੁਸੀਂ ਦੱਸੋ ਕਿੰਨੀ ਦੂਰ ਜਾਣਿਆ? ਮਹਾਰਾਜ ਇੱਕ ਕਦਮ ਪੁੱਟਿਆ, ਅਗਲਾ ਕਦਮ ਪੁੱਟਿਆ ਜਾਣਾ ਕਿ ਨਹੀਂ? ਮਹਾਰਾਜ ਕਹਿੰਦੇ ਅਜੇ ਵੀ ਬੜੀ ਦੂਰ ਜਾਣਿਆ ਭਾਈ ਮਰਦਾਨਾ ਜੀ। ਫਿਰ ਦੋਨਾਂ ਨੇ ਪੁੱਛਿਆ ਸਤਿਗੁਰੂ ਨੂੰ, ਤੁਸੀਂ ਦੱਸੋ ਮਹਾਰਾਜ
ਤੁਸੀਂ ਦੱਸੋ ਵੀ ਬੰਦੇ ਦੀ ਮਨਿਆਦ ਕਿੰਨੀ ਆ, ਵਾਰੰਟੀ ਜਾਂ ਗਰੰਟੀ ਇਹਦੀ ਕਿੰਨੀ ਆ। ਉਹਨਾਂ ਨੇ ਫਿਰ ਆਖਿਆ ਸੀ ਹਮ ਆਦਮੀ ਹਾਂ ਇੱਕਦਮੀ। ਕਹਿੰਦੇ ਮੈਂ ਆਦਮੀ ਹਾਂ ਜੇ ਮੇਰਾ ਮੁੱਖ ਦੇ ਵਿੱਚ ਸਵਾਸ ਹੈ, ਬਾਕੀ ਕੋਈ ਮੋਹਲਤ ਨਹੀਂ, ਆਉਣ ਵਾਲੇ ਦੀ ਕੋਈ ਮੋਹਲਤ ਨਹੀਂ, ਇੰਨੀ ਕੀ ਆ। ਬੰਦੇ ਦਾ ਵਜੂਦ ਸਿਰਫ ਮਿੱਟੀ ਹੋਣਾ ਵਾ, ਹੋਰ ਕੱਖ ਵੀ ਨਹੀਂ। ਕਹਿੰਦੇ ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੁਹੱਤ ਨਾ ਜਾਣਾ। ਇਨਸਾਨ ਦੀਆਂ ਬਣਾਈਆਂ ਚੀਜ਼ਾਂ ਦੀ ਗਰੰਟੀ ਹੋ ਸਕਦੀ ਆ ਸਾਲ 2 ਸਾਲ, ਪਰ ਇਹਦੀ ਕੋਈ ਗਰੰਟੀ ਨਹੀਂ ਹੈਗੀ। ਮੋਹਲਤ ਦੇ ਅਰਥ ਕੀ ਹੁੰਦੇ ਆ? ਕੋਈ ਗਰੰਟੀ ਨਹੀਂ ਇਹਦੀ। ਮੋਹਲਤ ਮੁਹੱਤ ਨਾ ਜਾਣਾ, ਪਤਾ ਹੀ ਨਹੀਂ ਵੀ ਕਦੋਂ ਕੀ ਹੋ ਜਾਣਾ। ਹੁਣੇ ਠੀਕ ਆ, 10 ਮਿੰਟਾਂ ਬਾਅਦ ਇਹਦਾ ਪਤਾ ਹੀ ਨਹੀਂ ਵੀ ਕੀ ਹੋ ਜਾਣਾ, 1 ਸਕਿੰਟ ਦਾ ਨਹੀਂ ਪਤਾ। ਜੇ ਸਵਾਸ ਮੁੱਖ 'ਚ ਹੈ ਤਾਂ ਉਹ ਆਦਮੀ ਆ, ਨਹੀਂ ਉਹ ਮਿੱਟੀ ਦੀ ਢੇਰੀ ਹੈ। ਇੱਦਾਂ ਕਰਕੇ ਭਾਈ ਸਾਹਿਬ ਜੀ ਮਰਦਾਨਾ ਜੀ ਤੇ ਭਾਈ ਬਾਲਾ ਜੀ ਨੂੰ ਮਹਾਰਾਜ ਨੇ ਸਮਝਾਇਆ। ਇੱਥੇ ਭਗਤ ਜੀ ਕਹਿ ਰਹੇ ਨੇ ਦੂਰ ਗਗਨ ਸਿਰ ਉੱਪਰ ਮਰਨਾ। ਬੜੀ ਦੂਰ ਜਾਣਿਆ ਵਾ ਮੌਤ ਨੂੰ, ਜਿਹੜੀ ਚੀਜ਼ ਨੇੜੇ ਆ ਉਹਨੂੰ ਬਹੁਤ ਦੂਰ ਜਾਣਿਆ ਹੋਇਆ। ਗੁਰੂ ਤੇਗ ਬਹਾਦਰ ਜੀ ਦਾ ਇੱਕ ਬੜਾ ਸੋਹਣਾ ਬਚਨ ਹੈ, ਆਜ ਕਾਲ ਫੁਨ ਤੋਹੇ ਗ੍ਰਸ ਹੈ, ਸਮਝ ਰਾਖੋ ਚੀਤ। ਉਹਨਾਂ ਦੀ ਸਾਰੀ ਬਾਣੀ ਬੈਰਾਗਮਈ ਆ। ਕੀ ਕਹਿ ਰਹੇ ਨੇ? ਕਹਿੰਦੇ ਮੌਤ ਦੇ ਸਰਪ ਨੇ ਇਨਸਾਨ ਤੇਰੇ ਸਿਰ ਦੇ ਉੱਪਰ ਮੰਡਰਾ ਰਿਹਾ। ਮੌਤ ਦਾ ਸੱਪ ਤੇਰੇ ਸਿਰ ਤੇ ਹੀ ਰਹਿੰਦਾ, ਸਦਾ ਰਹਿੰਦਾ ਹੀ ਨਹੀਂ। ਉਹਨੇ ਫਣ ਵੀ ਖਿਲਾਰਿਆ ਹੋਇਆ ਵਾ, ਉਹਨੇ ਫਣ ਨਹੀਂ ਖਿਲਾਰਿਆ ਹੋਇਆ, ਉਹਨੇ ਮੂੰਹ ਵੀ ਖੋਲ੍ਹਿਆ ਹੋਇਆ ਵਾ। ਉਹਨੇ ਇਕੱਲਾ ਮੂੰਹ ਨਹੀਂ ਖੋਲ੍ਹਿਆ ਹੋਇਆ। ਆਜ ਕਾਲ ਫੁਨ ਤੋਹੇ ਗ੍ਰਸ ਹੈ, ਸਮਝ ਰੱਖੋ ਜੀਤ। ਉਹਨੇ ਤੈਨੂੰ ਡੰਗ ਵੀ ਮਾਰਨਾ, ਅੱਜ ਨਹੀਂ ਤਾਂ ਕੱਲ। ਪਹਿਲਾਂ ਕਹਿ ਰਹੇ ਨੇ ਮੌਤ ਦਾ ਸੱਪ ਆ, ਜਿਹੜਾ ਸਰਪ ਆ, ਉਹ ਤੇਰੇ ਸਿਰ ਤੇ ਮੰਡਰਾ ਰਿਹਾ। ਮੰਡਰਾ ਇਕੱਲਾ ਨਹੀਂ ਰਿਹਾ, ਉਹਨੇ ਫਣ ਵੀ ਖਿਲਾਰਿਆ ਹੋਇਆ। ਇਕੱਲਾ ਫਣ ਨਹੀਂ ਖਿਲਾਰਿਆ ਹੋਇਆ, ਉਹਨੇ ਮੂੰਹ ਵੀ ਖੋਲ੍ਹਿਆ ਹੋਇਆ ਵਾ। ਇਕੱਲਾ ਮੂੰਹ ਨਹੀਂ ਖੋਲ੍ਹਿਆ ਹੋਇਆ, ਉਹਨੇ ਅੱਜ ਨਹੀਂ ਤਾਂ ਕੱਲ ਤੈਨੂੰ ਡੰਗ ਮਾਰੇਗਾ। ਆਜ ਕਾਲ ਫੁਨ ਤੋਹੇ ਗ੍ਰਸ ਹੈ। ਗ੍ਰਸ ਦੇ ਅਰਥ ਹੁੰਦਾ ਡੰਗ ਲੈਣਾ, ਡਸ ਲੈਣਾ। ਸਮਝ ਰੱਖੋ ਚੀਤ। ਇਹੀ ਪੰਕਤੀ ਇੱਥੇ ਹੈ, ਦੂਰ ਗਗਨ ਸਿਰ ਉੱਪਰ ਮਰਨਾ। ਜਿਹੜੀ ਚੀਜ਼ ਬਹੁਤ ਨੇੜੇ ਆ, ਬਹੁਤ ਨੇੜੇ ਆ, ਉਹ ਚੇਤੇ 'ਚ ਨਹੀਂ ਹੈਗੀ। ਜਿਹੜੀ ਚੀਜ਼ ਹੱਥਾਂ ਤੋਂ ਵੀ ਨੇੜੇ ਆ, ਅੱਖਾਂ ਤੋਂ ਵੀ ਨੇੜੇ ਆ, ਸਵਾਸਾਂ ਤੋਂ ਵੀ ਨੇੜੇ ਆ, ਉਹ ਚੇਤੇ ਨਹੀਂ ਹੈਗੀ। ਬਾਕੀ ਸਭ ਕੁਝ ਯਾਦ ਹੈ। ਕਿਆ ਤੂੰ ਸੋਇਆ ਜਾਗ ਇਆਨਾ, ਤੈਂ ਜੀਵਨ ਜਗ ਸੱਚ ਕਰ ਜਾਨਾ। ਤੂੰ ਕਿਉਂ ਇੰਨਾ ਗਾਫਲ ਦੀ ਨੀਂਦ ਵਿੱਚ ਸੁੱਤਾ ਪਿਆ ਵਾਂ? ਕਿਉਂ ਨਹੀਂ ਤੂੰ ਜਾਗਦਾ? ਜਾਗਣ ਦੇ ਅਰਥ ਅਸੀਂ ਕਹਾਂਗੇ ਅਸੀਂ ਜਾਗੇ ਤਾਂ ਹੈਗੇ ਆ ਮਹਾਰਾਜ, ਸਾਰਿਆਂ ਦੀਆਂ ਅੱਖਾਂ ਖੁੱਲ੍ਹੀਆਂ ਨੇ, ਆਪਾਂ ਚੱਲ ਕੇ ਆ ਗਏ ਹਾਂ। ਮਹਾਰਾਜ ਕਹਿੰਦੇ ਇਹ ਜਾਗਣ ਨੂੰ ਜਾਗਣਾ ਨਹੀਂ ਆਖਦੇ, ਇਹ ਜਾਗਣ ਨੂੰ ਜਾਗਣਾ ਨਹੀਂ ਆਖਦੇ। ਇਹ ਤਾਂ ਚੋਰ ਵੀ ਜਾਗਦਾ, ਚੋਰ ਵੀ ਜਾਗਦੇ ਹੀ ਨੇ ਚੋਰੀਆਂ ਕਰਨ ਵਾਸਤੇ, ਠੱਗ ਵੀ ਜਾਗਦੇ ਨੇ, ਬਲਾਤਕਾਰੀ ਵੀ, ਰਿਸ਼ਵਤਖੋਰੀ, ਸਾਰੀ ਦੁਨੀਆ ਦਾ ਸ਼ੋਸ਼ਣ ਕਰਨ ਵਾਲੇ ਰਾਜਨੀਤਿਕ ਬੰਦੇ ਵੀ ਜਾਗਦੇ ਨੇ, ਉਹ ਵੀ ਜਾਗਦੇ ਨੇ। ਇਹਨੂੰ ਜਾਗਣਾ ਨਹੀਂ ਕਹਿੰਦੇ। ਜਾਗਣ ਦੇ ਅਰਥ ਨੇ ਗਿਆਨ ਹੋ ਜਾਣਾ, ਸਮਝ ਆ ਜਾਣੀ, ਚੇਤੇ ਰੱਖਣਾ ਮੌਤ ਨੂੰ, ਚੇਤੇ ਰੱਖਣਾ ਵਾਹਿਗੁਰੂ ਪਿਆਰੇ ਨੂੰ। ਇਹ ਗੱਲ ਚੇਤੇ ਰੱਖਣੀ ਆ, ਮਨਾ ਮੂਰਖਾ ਕੋਈ ਨਹੀਂ ਪਤਾ ਤੈਨੂੰ, ਕਦੋਂ ਬੁਰਜ ਸਰੀਰ ਦਾ ਢਹਿ ਜਾਵੇ। ਅਜ਼ਰਾਈਲ ਫਰਿਸ਼ਤਾ ਜਾਨ ਤੇਰੀ ਕਦੋਂ ਰਿੜਕ ਵਜੂਦ ਚੋਂ ਲੈ ਜਾਵੇ। ਮਾਇਆ ਰੱਖੀ ਤਿਜੋਰੀਆਂ ਭਰ ਭਰ ਕੇ, ਕੀ ਪਤਾ ਕਦ ਛੱਡਣੀ ਪੈ ਜਾਵੇ। ਜਿਉਂਦਿਆਂ ਜੀ ਕਰ ਬਾਬੀਆ ਦਾਨ ਹੱਥੀਂ, ਤੇਰੇ ਦਿਲ ਦੀ ਨਾ ਦਿਲ ਵਿੱਚ ਰਹਿ ਜਾਵੇ, ਤੇਰੇ ਦਿਲ ਦੀ ਨਾ ਦਿਲ ਵਿੱਚ ਰਹਿ ਜਾਵੇ। ਇਹ ਗੱਲ ਚੇਤੇ ਰੱਖਣੀ ਹੈ। ਕਿਆ ਤੂੰ ਸੋਇਆ ਜਾਗ ਇਆਨਾ, ਤੈਂ ਜੀਵਨ ਜਗ ਸੱਚ ਕਰ ਜਾਨਾ। ਕਹਿੰਦੇ ਉਹ ਚੀਜ਼ ਜਿਹੜੀ ਸੱਚ ਨਹੀਂ ਸੀ, ਉਹਨੂੰ ਸੱਚ ਕਰਕੇ ਮੰਨ ਲਿਆ।
ਜਿਹੜੀ ਚੀਜ਼ ਸੱਚ ਨਹੀਂ ਉਹਨੂੰ ਸੱਚ ਕਰਕੇ ਤੂੰ ਮੰਨ ਲਿਆ। ਇੱਕ ਰਾਜਾ ਸੀ ਤੇ ਨਾ ਉਹਨੂੰ ਸੁਪਨਾ ਆਇਆ। ਸੁਪਨਾ ਇਉਂ ਆਇਆ ਕਿ ਸੁਪਨੇ 'ਚ ਨਾ ਭਿਖਾਰੀ ਬਣ ਗਿਆ। ਸੁਪਨੇ 'ਚ ਭਿਖਾਰੀ ਬਣਿਆ ਤੇ ਉਹਦੇ ਹੱਥ 'ਚ ਲੋਟਾ ਫੜਿਆ ਹੋਇਆ ਪਿਆ, ਉਹ ਪਲੰਘ ਤੇ ਆ ਸੋਨੇ ਦੇ, ਉਹ ਸੁਪਨੇ 'ਚ ਹੋ ਰਿਹਾ। ਪਹਿਰੇਦਾਰ ਉਹਦੇ 2 ਸੱਜੇ ਖੜੇ ਨੇ ਤੇ 2 ਖੱਬੇ ਖੜੇ ਨੇ। ਸੁਪਨਾ ਆ ਗਿਆ ਉਹਨੂੰ, ਸੁਪਨੇ 'ਚ ਉਹ ਬਣ ਗਿਆ ਭਿਖਾਰੀ, ਉਹਦੇ ਹੱਥ 'ਚ ਲੋਟਾ ਫੜਿਆ ਹੋਇਆ, ਦਰ ਦਰ ਤੇ ਮੰਗ ਰਿਹਾ। ਉਹਨੂੰ ਕੋਈ ਖੈਰ ਪਾ ਦਿੰਦਾ, ਕੋਈ ਗਾਲਾਂ ਕੱਢਦਾ ਵੀ ਤੂੰ ਜਵਾਨ ਆ, ਤੈਨੂੰ ਹੱਥ ਪੈਰ ਦਿੱਤੇ ਨੇ, ਕਮਾ ਕੇ ਖਾ ਲਾ, ਇੱਦਾਂ ਕਹਿ ਰਹੇ ਨੇ। ਇੱਕ ਕੂਕਰ ਨੇ ਉਹਨੂੰ ਕੱਟ ਲਿਆ, ਸਵਾਨ ਨੇ ਉਹਨੂੰ ਕੱਟ ਲਿਆ, ਕੁੱਤੇ ਨੇ ਉਹਨੂੰ ਕੱਟ ਲਿਆ ਤੇ ਉਹਦੇ ਖੂਨ ਨਿਕਲਣ ਲੱਗ ਗਿਆ। ਵੈਦ ਕੋਲ ਚਲਿਆ ਗਿਆ, ਕਹਿੰਦਾ ਵੈਦ ਜੀ ਮੇਰਾ ਇਲਾਜ ਕਰ ਦਿਓ। ਇੱਦਾਂ ਆਖਿਆ, ਵੈਦ ਜੀ ਮੇਰਾ ਇਲਾਜ ਕਰ ਦਿਓ। ਵੈਦ ਕਹਿੰਦਾ ਪਹਿਲਾਂ ਪੈਸੇ ਰੱਖ ਮੇਰੀ ਤਲੀ ਤੇ, ਮਲਮ ਮੈਂ ਲਾਊਂਗਾ, ਮੇਰੇ ਕੋਲ ਦਵਾਈਆਂ ਪਈਆਂ ਨੇ, ਮੈਂ ਕਿੱਥੇ ਲੈ ਕੇ ਜਾਣੀਆਂ ਨੇ, ਪਹਿਲਾਂ ਪੈਸੇ ਦੇ, ਫਿਰ ਤੇਰਾ ਮੈਂ ਇਲਾਜ ਕਰੂੰਗਾ। ਪੈਸੇ ਤਾਂ ਹੈ ਨਹੀਂ ਸੀ ਇਹਦੇ ਕੋਲ। ਕਹਿੰਦਾ ਜੀ ਪੈਸੇ ਤਾਂ ਹੈ ਨਹੀਂ। ਉਹ ਕਹਿੰਦਾ ਫਿਰ ਇਲਾਜ ਵੀ ਸਮਝ ਲਾ ਮੇਰੇ ਕੋਲ ਹੈ ਨਹੀਂ। ਉੱਥੋਂ ਵੀ ਇਹਨੂੰ ਠੋਕਰ ਪਈ, ਅੱਖ ਖੁੱਲ੍ਹ ਗਈ। ਜਦੋਂ ਇੱਧਰ ਉੱਧਰ ਦੇਖਿਆ, ਸੋਨੇ ਦੇ ਪਲੰਘ ਤੇ ਪਿਆ ਵਾ, ਸੱਜੇ 2 ਪਹਿਰੇਦਾਰ ਖੜੇ ਨੇ, ਖੱਬੇ 2 ਪਹਿਰੇਦਾਰ ਖੜੇ ਨੇ। ਸੁਪਨੇ 'ਚ ਰੋਇਆ। ਸੁਪਨੇ 'ਚ ਕਿਉਂ ਰੋਇਆ? ਸੁਪਨੇ ਨੂੰ ਸੱਚ ਮੰਨ ਬੈਠਾ। ਸੁਪਨੇ 'ਚ ਇਹਨੂੰ ਲੱਗਣ ਲੱਗ ਗਿਆ ਮੈਂ ਭਿਖਾਰੀ ਹਾਂ, ਮੇਰੇ ਹੱਥ ਵਿੱਚ ਲੋਟਾ ਵਾ, ਮੇਰਾ ਇਲਾਜ ਨਹੀਂ ਕਰ ਰਿਹਾ ਕੋਈ। ਫਿਰ ਕਹਿਣ ਲੱਗਾ ਸੀ ਜੇ ਮੇਰੇ ਕੋਲ ਪੈਸੇ ਹੁੰਦੇ, ਇਹ ਵੈਦ ਨੇ ਮੇਰੇ ਘਰੇ ਆਉਣਾ ਸੀ ਆਪ, ਮੇਰੇ ਕੋਲ ਪੈਸੇ ਨਹੀਂ ਨਾ, ਤੇ ਤਾਂ ਮੇਰਾ ਇਲਾਜ ਨਹੀਂ ਹੋਇਆ। ਰੋਇਆ, ਰੋ ਰਿਹਾ ਤੇ ਅੱਖ ਖੁੱਲ੍ਹ ਗਈ। ਜਦੋਂ ਵੇਖਿਆ ਤੇ ਵਾਕਈ ਰੋ ਰਿਹਾ ਸੀ, ਹੰਝੂ ਆਏ ਹੋਏ ਸੀ ਅੱਖਾਂ 'ਚ। ਸੁਪਨੇ ਦਾ ਪ੍ਰਭਾਵ ਬੜਾ ਪੈਂਦਾ ਬੰਦੇ ਦੇ ਸਰੀਰ 'ਤੇ। ਜਦੋਂ ਸੁਪਨਾ ਆਉਂਦਾ ਨਾ, ਜੇ ਬੁਰਾ ਸੁਪਨਾ ਆਵੇ ਬੱਚੇ ਧਰਵਕ ਕੇ ਉੱਠ ਖੜ੍ਹਦੇ ਨੇ, ਇੰਨਾ ਗਹਿਰਾ ਪ੍ਰਭਾਵ ਆ ਸੁਪਨਿਆਂ ਦਾ। ਅਸੀਂ ਸੱਚ ਮੰਨ ਲੈਂਦੇ ਹਾਂ ਉਦੋਂ। ਮਹਾਰਾਜ ਕਹਿੰਦੇ ਜਿਵੇਂ ਸੁਪਨਾ ਨੀਂਦ 'ਚ ਆਉਂਦਾ, ਤੁਸੀਂ ਉਹਨੂੰ ਸੱਚ ਮੰਨੀ ਫਿਰਦੇ ਹੋ। ਜਿਵੇਂ ਰਾਜਾ ਰੋ ਪਿਆ ਨਾ, ਸੀਗਾ ਰਾਜਾ ਤੇ ਰੋਇਆ, ਇਵੇਂ ਜ਼ਿੰਦਗੀ ਵੀ ਸੁਪਨਾ ਵਾ। ਇਹਦੇ ਵਿੱਚ ਵੀ ਤੁਹਾਡੇ ਨਾਲ ਬੜਾ ਕੁਝ ਹੋਵੇਗਾ। ਤੁਸੀਂ ਉਹਨੂੰ ਇੱਕ ਖੇਡ ਦੀ ਤਰ੍ਹਾਂ ਜੇ ਲਓਗੇ, ਫਿਰ ਤੁਸੀਂ ਉਦਾਸ ਨਹੀਂ ਹੋਵੋਗੇ, ਫਿਰ ਤੁਸੀਂ ਇੱਕ ਸਾਰ ਰਹੋਗੇ। ਜੇ ਤੁਸੀਂ ਉਹਨੂੰ ਸੱਚ ਮੰਨੋਗੇ ਵੀ ਇਹ ਸੱਚ ਆ, ਸੱਚ ਆ, ਫਿਰ ਤੁਸੀਂ ਦੁੱਖ ਵੀ ਹੋਵੋਗੇ, ਤੁਹਾਨੂੰ ਦੁੱਖ ਵੀ ਲੱਗੇਗਾ, ਸੁੱਖ ਵੀ ਲੱਗੇਗਾ। ਆਪਾਂ ਹਰ ਵਾਰ ਦੀਵਾਨ ਵਿੱਚ ਇਹੀ ਗੱਲ ਕਹਿੰਦੇ ਹੁੰਦੇ ਆ, ਜਿਹਨੂੰ ਸੁੱਖ ਲੱਗਦਾ ਉਹਨੂੰ ਬਾਣੀ ਕਹਿੰਦੀ ਦੁੱਖ ਵੀ ਲੱਗੂਗਾ। ਜਿਹੜਾ ਸੁੱਖ 'ਚ ਬਹੁਤ ਪੈਰ ਛੱਡ ਰਿਹਾ, ਸੁੱਖ ਆ ਗਿਆ ਘਰੇ, ਦੂਜਿਆਂ ਨੂੰ ਪੈਰਾਂ ਦੀ ਜੁੱਤੀ ਸਮਝ ਰਿਹਾ, ਤੇ ਫਿਰ ਉਹ ਕੀ ਕਰੂਗਾ? ਦੁੱਖ ਦੇ ਵਿੱਚ ਚੀਕਾਂ ਵੀ ਮਾਰੇਗਾ। ਜਿਹੜਾ ਸੁੱਖ 'ਚ ਪੈਰ ਨਹੀਂ ਛੱਡੇਗਾ, ਉਹ ਦੁੱਖ 'ਚ ਵੀ ਡੋਲੇਗਾ ਨਹੀਂ। ਬਾਣੀ ਪੜ੍ਹਨ ਦੇ ਨਾਲ ਬੰਦੇ ਤੇ ਸਹਿਜ ਇੰਨਾ ਆ ਜਾਂਦਾ, ਸਹਿਣਸ਼ੀਲਤਾ ਇੰਨੀ ਆ ਜਾਂਦੀ ਆ, ਬੰਦੇ ਨੂੰ ਜਿਉਣਾ ਆ ਜਾਂਦਾ। ਜ਼ਿੰਦਗੀ ਨੂੰ ਜਿਉਣ ਲਈ 3 ਗੱਲਾਂ ਯਾਦ ਰੱਖਣਾ ਬੜੀਆਂ ਜ਼ਰੂਰੀ ਨੇ, ਜੇ ਸੋਹਣੇ ਢੰਗ ਨਾਲ ਜਿਉਣੀ ਆ। ਪਹਿਲੀ ਗੱਲ ਹੈ ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ, ਨਿਮਰਤਾ ਹੋਣੀ ਚਾਹੀਦੀ ਆ। ਦੂਜੀ ਗੱਲ, ਜੋ ਗੁਰ ਕਹੈ ਸੋਈ ਪਲ ਮਾਨੋ। ਤੁਹਾਨੂੰ ਬਹਿਸ ਨਹੀਂ ਕਰਨੀ ਚਾਹੀਦੀ ਕਿਸੇ ਨਾਲ, 7 ਬਚਨ ਕਹਿ ਦੇਣਾ ਚਾਹੀਦਾ। ਮੈਂ ਇੱਕ ਪੁਸਤਕ ਪੜ੍ਹੀ, ਉਹ 'ਚ ਲਿਖਿਆ, ਕਹਿੰਦੇ ਇੱਕ ਮਹਾਂਪੁਰਸ਼ ਸਨ, ਜੇ ਮੂਰਖ ਬੰਦੇ ਨੇ ਵੀ ਕੋਈ ਆ ਕੇ ਗੱਲ ਕਹਿ ਦੇਣੀ ਨਾ, ਉਹਨੂੰ ਪਤਾ ਕੀ ਕਹਿੰਦੇ ਹੁੰਦੇ ਸੀ? ਕਹਿੰਦੇ ਇਹੋ ਜਿਹੀ ਗੱਲ ਬਸ ਤੂੰ ਹੀ ਕਰ ਸਕਦਾ, ਕੋਈ ਦੂਜਾ ਨਹੀਂ ਕਰ ਸਕਦਾ। ਵੀ ਉਹਨੂੰ ਵੀ ਗੁੱਸੇ ਨਾਲ ਨਹੀਂ ਸੀ ਕਹਿੰਦੇ, ਉਹਨੂੰ ਇਉਂ ਕਹਿੰਦੇ ਸੀ ਆਹ ਜਿਹੜੀ ਗੱਲ ਤੂੰ ਕੀਤੀ ਆ ਨਾ, ਇਹ ਕੇਵਲ ਤੇ ਕੇਵਲ ਤੂੰ ਹੀ ਕਰ ਸਕਦਾ, ਤੈਥੋਂ ਬਿਨਾਂ ਇਹ ਕੋਈ ਕਰ ਨਹੀਂ ਸਕਦਾ। ਨਾਰਾਜ਼ ਨਹੀਂ ਸੀ ਹੁੰਦੇ। ਨਿਮਰਤਾ,
ਸਹਿਣਸ਼ੀਲਤਾ ਤੇ ਸੱਤ ਬਚਨ, ਤਿੰਨ ਗੱਲਾਂ ਨੇ ਜਿਹੜੀਆਂ ਜ਼ਿੰਦਗੀ ਨੂੰ ਸੋਹਣਾ ਬਣਾਉਂਦੀਆਂ ਨੇ। ਤੇ ਇੱਕ ਪਤੀ ਪਤਨੀ ਸੀ, ਇਵੇਂ ਤੁਹਾਨੂੰ ਵੱਧ ਸਮਝ ਆਵੇਗੀ। 60 ਸਾਲ ਹੋ ਗਏ ਉਹਨਾਂ ਦੇ ਵਿਆਹ ਹੋਏ ਨੂੰ, ਤੇ ਜ਼ਿੰਦਗੀ 'ਚ ਬੜਾ ਕੁਝ ਹੋਇਆ। ਦੁੱਖ ਵੀ ਆਏ, ਸੁੱਖ ਵੀ ਆਏ, ਉਹਨਾਂ ਨੇ ਪਿੰਡੇ ਤੇ ਹੰਢਾਏ। ਇੱਕ ਦੂਜੇ ਤੋਂ ਕੁਝ ਲੁਕੋਇਆ ਨਹੀਂ ਕਦੇ। ਬੜਾ ਸੋਹਣਾ ਰਿਸ਼ਤਾ ਸੀ ਉਹਨਾਂ ਦਾ। ਪਰ ਜਿਹੜੀ ਪਤਨੀ ਸੀ ਨਾ, ਉਹਨੇ ਕੀ ਕੀਤਾ ਸੀ, ਉਹਦੀ ਜਿਹੜੀ ਕੱਪੜਿਆਂ ਵਾਲੀ ਅਲਮਾਰੀ ਸੀ ਨਾ, ਤੇ ਉਹ 'ਤੇ ਉਹਨੇ ਇੱਕ ਡੱਬਾ ਰੱਖਿਆ ਹੋਇਆ ਸੀ। ਉਹ ਡੱਬੇ ਦੇ ਵਿੱਚ ਕੁਝ ਸੀ, ਪਰ ਉਹਨੇ ਆਪਦੇ ਪਤੀ ਨੂੰ ਕਿਹਾ ਹੋਇਆ ਸੀ, ਮੇਰੀ ਇਜਾਜ਼ਤ ਤੋਂ ਬਿਨਾਂ ਤੂੰ ਇਹਨੂੰ ਕਦੇ ਖੋਲ੍ਹਣਾ ਨਹੀਂ ਤੇ ਪੁੱਛਣਾ ਵੀ ਨਹੀਂ ਹੈਗਾ ਇਹ 'ਚ ਕੀ ਆ। ਕਦੇ ਪੁੱਛੀ ਵੀ ਨਾ ਮੈਨੂੰ, ਤੇ ਜਦੋਂ ਸਮਾਂ ਆਇਆ, ਵਕਤ ਆਇਆ, ਮੈਂ ਆਪੇ ਤੈਨੂੰ ਦੱਸ ਦਾਂਗੀ। ਨਾ ਤੂੰ ਸਵਾਲ ਕਰਨਾ ਇਹਦੇ ਬਾਰੇ, ਨਾ ਤੂੰ ਕਦੇ ਪੁੱਛਣਾ। ਉਹ ਕਹਿੰਦਾ ਠੀਕ ਆ। ਉਹਨਾਂ ਦੀ ਬਣਦੀ ਬਹੁਤ ਸੀ, ਇਤਬਾਰ ਬਹੁਤ ਸੀ ਇੱਕ ਦੂਜੇ 'ਤੇ। ਜਦੋਂ ਉਹ 80 ਸਾਲ ਦੀ ਹੋ ਗਈ ਨਾ, ਤੇ ਬਿਮਾਰ ਹੋ ਗਈ, ਤੇ ਉਹਨੇ ਘਰ ਵਿੱਚ ਡਾਕਟਰ ਬੁਲਾਇਆ, ਤੇ ਡਾਕਟਰ ਨੇ ਉਹਨੂੰ ਜਵਾਬ ਦੇ ਦਿੱਤਾ, ਕਹਿੰਦੇ ਨਹੀਂ, ਹੁਣ ਸਾਡੇ ਹੱਥ ਆ ਜਿਹੜੇ ਖੜੇ ਨੇ, ਹੁਣ ਬਸ ਕੁਝ ਦਿਨਾਂ ਦੀ ਇਹ ਮਹਿਮਾਨ ਆ, ਤੇ ਇਹ ਰੋਗ ਠੀਕ ਨਹੀਂ ਹੋ ਸਕਦਾ ਜਿਹੜੀ ਬਿਮਾਰੀ ਇਹਨੂੰ ਲੱਗ ਗਈ ਆ। ਜਿਵੇਂ ਆਮ ਡਾਕਟਰ ਜਵਾਬ ਦੇ ਦਿੰਦੇ ਨੇ। ਉਹਦੀਆਂ ਅੱਖਾਂ ਵਿੱਚ ਹੰਝੂ ਆ ਗਏ। ਆਪਦੇ ਪਤੀ ਨੂੰ ਕਹਿੰਦੀ, ਆਪਾਂ ਦੁੱਖ ਸੁੱਖ ਅੱਜ ਤੱਕ ਇਕੱਠੇ ਹੰਢਾਏ ਨੇ, ਹੁਣ ਮੈਂ ਤੈਨੂੰ ਉਹ ਭੇਤ, ਜਿਹੜੀ ਇੱਕ ਗੱਲ ਮੈਂ ਲੁਕੋ ਕੇ ਰੱਖੀ ਸੀ, ਕਿਤੇ ਤੇਰੇ ਮਨ ਦੇ ਵਿੱਚ ਨਾ ਰਹਿ ਜਾਵੇ। ਉਹ ਡੱਬੇ ਵਿੱਚ ਕੀ ਆ, ਉਹ ਲਾਹ ਕੇ ਲੈ ਕੇ ਆ ਅਲਮਾਰੀ ਤੋਂ। ਉਹ ਲਾਹ ਕੇ ਲੈ ਕੇ ਆਇਆ। ਉਹ ਮੰਜੇ 'ਤੇ ਪਈ ਆ, ਲੇਟੀ ਹੋਈ ਆ, ਤੇ ਉਹਦੇ ਸਿਰਹਾਣੇ ਰੱਖ ਦਿੱਤਾ, ਤੇ ਕਹਿਣ ਲੱਗੀ, ਹੁਣ ਖੋਲ੍ਹ ਲੈ ਇਹਨੂੰ। ਜਦੋਂ ਖੋਲ੍ਹਿਆ ਨਾ ਉਹਨੇ, ਤੇ ਉਹਦੇ ਵਿੱਚ 2 ਗੁੱਡੀਆਂ ਸਨ, ਕਰੋਸ਼ੀਏ ਨਾਲ ਬੁਣੀਆਂ ਹੋਈਆਂ, ਕਰੋਸ਼ੀਏ ਨਾਲ ਬੁਣੀਆਂ ਹੋਈਆਂ, ਤੇ 2 ਗੁੱਡੀਆਂ ਸਨ ਛੋਟੀਆਂ ਛੋਟੀਆਂ, ਤੇ ਨਾਲ ਕੁਝ ਡਾਲਰ ਵੀ ਸੀ, ਡਾਲਰ ਵੀ ਰੱਖੇ ਹੋਏ ਸੀ। ਗਿਣਤੀ ਵਿੱਚ ਮੈਂ ਜਦੋਂ ਪੜ੍ਹਿਆ ਤਾਂ ਉਹ ਕਹਿੰਦੇ 95,000 ਡਾਲਰ ਸੀ। ਬਾਹਰਲੇ ਮੁਲਕ ਦੀ ਕਹਾਣੀ ਆ। 95,000 ਡਾਲਰ ਤੇ 2 ਗੁੱਡੀਆਂ। ਉਹ ਕਹਿੰਦਾ ਇਹ ਕੀ ਆ, ਕੀ ਰਾਜ ਆ ਇਹਨਾਂ ਪਿੱਛੇ। ਕਹਿੰਦੀ ਜਦੋਂ ਮੇਰਾ ਵਿਆਹ ਹੋਣਾ ਸੀ ਨਾ, ਜਦੋਂ ਮੈਂ ਪੇਕਾ ਘਰ ਛੱਡ ਕੇ ਆਈ ਆ ਨਾ, ਤਾਂ ਮੇਰੀ ਦਾਦੀ ਨੇ ਮੈਨੂੰ ਸਮਝਾਇਆ ਸੀ, ਕਹਿੰਦੀ ਜੇ ਤੇਰੇ ਮਨ ਦੇ ਵਿੱਚ ਕਦੇ ਗੁੱਸਾ ਆਵੇ ਨਾ ਆਪਦੇ ਪਤੀ ਦੇ ਪ੍ਰਤੀ, ਬੈਸਣਾ ਤਾਂ ਬਿਲਕੁਲ ਨਹੀਂ ਹੈਗਾ, ਲੜਨਾ ਬਿਲਕੁਲ ਵੀ ਨਹੀਂ ਹੈਗਾ। ਜਦੋਂ ਤੈਨੂੰ ਗੁੱਸਾ ਆਵੇ, ਆ ਤੈਨੂੰ ਮੈਂ ਕਰੋਸ਼ੀਏ ਦੇ ਰਹੀ ਹਾਂ, ਤੇ ਇੱਦਾਂ ਤੂੰ ਇਹਦੇ ਨਾਲ ਗੁੱਡੀਆਂ ਬੁਣਨ ਲੱਗ ਜਾ ਕਰਨਾ। ਜੋ ਤੂੰ ਨਾਰਾਜ਼ ਹੋਵੇਂਗੀ ਆਪਦੇ ਪਤੀ ਦੇ ਨਾਲ, ਉਦੋਂ ਤੂੰ ਗੁੱਡੀਆਂ ਬੁਣਦੀਆਂ ਨੇ, ਗੁੱਡੀਆਂ ਬਣਾਉਣ ਲੱਗ ਜਾਣਾ। ਉਹਨੂੰ ਕਲਾ ਉਹਦੀ ਦਾਦੀ ਨੇ ਸਿਖਾ ਦਿੱਤੀ। ਜਦੋਂ ਗੁੱਸੇ ਹੁੰਦੀ ਸੀ, ਉਦੋਂ ਗੁੱਡੀ ਬੁਣਨ ਲੱਗ ਜਾਂਦੀ ਸੀ। 2 ਗੁੱਡੀਆਂ ਉਹਨੇ ਬੁਣੀਆਂ। ਉਹਦਾ ਪਤੀ ਬੜਾ ਖੁਸ਼ ਹੋ ਗਿਆ। ਕਹਿੰਦਾ ਤੂੰ ਸਾਰੀ ਜ਼ਿੰਦਗੀ 'ਚ ਮੇਰੇ ਨਾਲ 2 ਵਾਰੀ ਹੋਈ ਨਾਰਾਜ਼ ਹੋਈ ਆ, ਸਿਰਫ 2 ਵਾਰ। ਉਹ ਕਹਿੰਦਾ ਚੱਲ ਗੁੱਡੀਆਂ ਤਾਂ ਠੀਕ ਆ, ਤੇ ਆ 95,000 ਡਾਲਰ ਕਿੱਥੋਂ ਆਏ? ਉਹਨੇ ਆਖਿਆ, ਕਹਿੰਦੀ ਉਹ ਮੈਂ ਬਣਾਈਆਂ ਹੋਈਆਂ ਗੁੱਡੀਆਂ ਵੇਚ ਕੇ ਆਹ ਡਾਲਰ ਆਏ ਨੇ, ਉਹ ਮੈਂ ਵੇਚਤੀਆਂ ਸੀ। ਇਹ ਕਹਾਣੀ ਸਾਨੂੰ ਇਹ ਦੱਸਦੀ ਆ, ਉਹ ਜਿਹੜੀ ਇਸਤਰੀ ਸੀ, ਉਹ ਜਿਹੜੀ ਪਤਨੀ ਸੀ, ਉਹਨੂੰ ਵੀ ਗੁੱਸਾ ਆਇਆ ਹੋਵੇਗਾ। ਘਰ ਦੇ ਵਿੱਚ ਤੁਸੀਂ ਹੋ ਤਾਂ ਲੜਾਈ ਤਾਂ ਹੋਵੇਗੀ ਨਾ, ਦੁੱਖ ਵੀ ਆ ਤੇ ਸੁੱਖ ਵੀ ਆਵੇਗਾ। ਪਰ ਜਦੋਂ ਨਾਰਾਜ਼ ਹੁੰਦੀ ਸੀ ਆਪਦੇ ਪਤੀ ਨਾਲ, ਤੇ ਉਦੋਂ ਗੁੱਡੀ ਬੁਣਨ ਲੱਗ ਜਾਂਦੀ ਸੀ। ਤੇ ਉਹਨੇ ਆਪਦਾ ਜਿਹੜਾ ਗੁੱਸਾ ਸੀ ਉਹਨੂੰ ਕੱਢਣ ਦਾ ਢੰਗ, ਉਹਨੂੰ ਅੰਦਾਜ਼ ਆ ਗਿਆ। ਉਹਦੀ ਦਾਦੀ ਨੇ ਸਿਖਾਇਆ ਸੀ। ਗੁੱਸਾ ਜਦੋਂ ਆਵੇ ਨਾ, ਇਹ ਥੋੜ੍ਹੇ ਸਮੇਂ ਲਈ ਆਉਂਦਾ। ਜੇ ਬੰਦਾ ਉਦੋਂ ਚੁੱਪ ਕਰ ਜਾਵੇ, ਸਹਿਣਾ ਸਿੱਖ ਲਵੇ, ਰਿਸ਼ਤੇ ਨਿਭ ਜਾਂਦੇ ਨੇ। ਇੱਦਾਂ ਉਹ ਕਹਿੰਦੀ ਮੈਂ ਇੱਦਾਂ ਗੁੱਡੀਆਂ ਹੀ ਬੁਣਦੀ ਰਹੀ, ਪਰ ਤੇਰੇ ਮੂਹਰੇ ਮੈਂ ਬੋਲੀ ਨਹੀਂ ਹੈਗੀ, ਤੇ ਤੂੰ ਵੀ ਨਹੀਂ ਮੈਨੂੰ ਕਦੇ ਕੁਝ ਕਿਹਾ। ਬਹੁਤ ਸੋਹਣੀ ਜ਼ਿੰਦਗੀ ਬਤੀਤ ਹੋ ਗਈ। ਇੱਦਾਂ ਕਹਿਣ ਦਾ ਭਾਵ ਉਹਨੇ ਆਪਦੀ ਦਾਦੀ ਦੀ, ਬਜ਼ੁਰਗਾਂ ਦੀ ਸਿੱਖਿਆ ਲਈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਕਹਿੰਦੇ ਰਹਿੰਦੇ ਨੇ, ਸਹਿਣਾ ਸਿੱਖੋ, ਸਹਿਣਾ ਸਿੱਖੋ। ਦੁੱਖ ਵੱਡੇ ਨਹੀਂ ਹੁੰਦੇ, ਸਹਿਣ ਸ਼ਕਤੀ ਉਦੋਂ ਵੱਡੀ ਹੁੰਦੀ ਹੈ।
ਕਹਿਣ ਵਾਲੇ ਦੀ ਔਕਾਤ 2 ਟਕੇ ਦੀ ਨਹੀਂ ਰਹਿੰਦੀ ਜੇ ਤੁਹਾਨੂੰ ਸਹਿਣਾ ਆ ਜੇ। ਇਹ ਗੱਲ ਹੈ। ਮਹਾਤਮਾ ਬੁੱਧ ਜੀ ਦੇ ਮੁਖ ਤੇ ਆ ਕੇ ਕਿਸੇ ਨੇ ਥੁੱਕ ਵੀ ਦਿੱਤਾ, ਗਾਲਾਂ ਵੀ ਕੱਢਤੀਆਂ, ਖੜੇ ਰਹੇ ਉੱਦਾਂ। ਉਹ ਕਹਿਣ ਵਾਲਾ ਗਾਲਾਂ ਵੀ ਕੱਢੀ ਗਿਆ ਕਹਿ ਕੂ ਕੇ, ਤੇ ਉਹਦਾ ਗੁੱਸਾ ਢੈਲਾ ਹੋ ਗਿਆ। ਹੁਣ ਪਤਾ ਲੱਗ ਗਿਆ ਵੀ ਇਹ ਬੰਦੇ ਨੂੰ ਕੋਈ ਫਰਕ ਹੀ ਨਹੀਂ ਪੈਂਦਾ। ਜਿਸ ਦਿਨ ਤੁਹਾਨੂੰ ਸਹਿਣਾ ਆਵੇਗਾ ਉਸ ਦਿਨ ਤੁਹਾਡੀ ਜ਼ਿੰਦਗੀ ਸੋਹਣੀ ਬਣ ਜਾਏਗੀ। ਜਿਹੜੀ ਸਹਿਣਸ਼ੀਲਤਾ ਹੁੰਦੀ ਆ ਨਾ, ਇਹ ਗੁਰਬਾਣੀ ਪੜ੍ਹਨ ਦਾ ਫਲ ਹੁੰਦੀ ਆ। ਇਹ ਗੁਰੂ ਦੁਆਰੇ ਆਉਣ ਦਾ ਫਲ ਹੁੰਦੀ ਆ। ਜੇ ਤੁਸੀਂ ਗੁਰੂ ਦੁਆਰੇ ਆਉਂਦੇ ਹੋ, ਜੇ ਤੁਸੀਂ ਸੇਵਾ ਕਰਦੇ ਹੋ, ਜੇ ਤੁਸੀਂ ਬਾਣੀ ਪੜ੍ਹਦੇ ਹੋ, ਪਰ ਤੁਹਾਡੇ 'ਚ ਸਹਿਣਸ਼ੀਲਤਾ ਹੀ ਹੈ ਨਹੀਂ, ਤਾਂ ਮੈਨੂੰ ਮਾਫ ਕਰਨਾ ਇਹ ਗੱਲ ਕਹਿਣ ਲੱਗੇ ਨੂੰ, ਤੁਸੀਂ ਗੁਰਦੁਆਰੇ ਆਏ ਨਹੀਂ। ਸਿਰਫ ਤੁਹਾਡਾ ਸਰੀਰ ਆਉਂਦਾ ਸੀ, ਤੁਹਾਡਾ ਮਨ ਨਹੀਂ ਆਇਆ। ਜੇ ਬਾਣੀ ਪੜ੍ਹ ਕੇ ਤੁਹਾਡੇ 'ਚ ਸ਼ਾਂਤੀ ਨਹੀਂ ਨਾ ਆਈ, ਤੁਸੀਂ ਬਾਣੀ ਉੱਪਰੋਂ ਪੜ੍ਹੀ ਆ, ਬਾਣੀ ਦਾ ਕੋਈ ਕਸੂਰ ਨਹੀਂ। ਜੇ ਸੇਵਾ ਕਰਕੇ ਤੁਹਾਡੇ 'ਚ ਨਿਮਰਤਾ ਨਹੀਂ ਆਈ, ਸੇਵਾ ਵੀ ਤੁਸੀਂ ਵਿਖਾਵੇ ਲਈ ਕੀਤੀ ਹੋਣੀ ਆ, ਅੰਦਰੋਂ ਨਹੀਂ ਕੀਤੀ ਹੋਣੀ। ਇਹ ਗੁਰਬਾਣੀ ਸਾਨੂੰ ਕਹਿ ਰਹੀ ਆ, ਤੈਂ ਜੀਵਨ ਜਗ ਸੱਚ ਕਰ ਜਾਨਾ। ਹੇ ਇਨਸਾਨ, ਤੂੰ ਜ਼ਿੰਦਗੀ ਨੂੰ ਸੱਚ ਕਰਕੇ ਮੰਨ ਲਿਆ ਵਾ। ਜਿਹੜੀ ਚੀਜ਼ ਸੱਚ ਕਰਕੇ ਮੰਨਣ ਵਾਲੀ ਆ ਉਹਨੂੰ ਮੰਨਿਆ ਨਹੀਂ। ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇਵੇਂ ਗੱਲ ਹੋਰ ਕਲੀਅਰ ਹੋ ਜਾਏਗੀ, ਸੱਚ ਕੀ ਹੁੰਦਾ, ਝੂਠ ਕੀ ਹੁੰਦਾ। ਦੇਖੋ, ਜਿਹੜੀ ਚੀਜ਼ ਅੱਜ ਹੈਗੀ ਆ, ਪਹਿਲਾਂ ਹੈ ਨਹੀਂ ਸੀ, ਹੁਣ ਹੈਗੀ ਆ, ਆਉਣ ਵਾਲੇ ਕੱਲ੍ਹ 'ਚ ਨਹੀਂ ਹੋਣੀ, ਉਹ ਝੂਠ ਹੁੰਦੀ ਆ। ਜਿਹੜੀ ਚੀਜ਼ ਕੱਲ੍ਹ ਵੀ ਸੀ, ਜਿਹੜੀ ਚੀਜ਼ ਅੱਜ ਵੀ ਆ, ਹੁਣ ਵੀ ਆ, ਜਿਹੜੀ ਚੀਜ਼ ਆਉਣ ਵਾਲੇ ਕੱਲ੍ਹ 'ਚ ਵੀ ਹੋਵੇਗੀ, ਉਹਨੂੰ ਸੱਚ ਕਹਿੰਦੇ ਨੇ। ਜੇ ਆਪਾਂ ਆਸੇ ਪਾਸੇ ਦੇਖੀਏ ਚਾਰੇ ਪਾਸੇ, ਤਾਂ ਇਹੋ ਜਿਹੀ ਚੀਜ਼ ਕਿਹੜੀ ਆ? ਆਪਣਾ ਜਨਮ ਕੋਈ ਇਹੋ ਜਿਹਾ ਸੰਨ ਸੀ ਜਦੋਂ ਆਪਾਂ ਹੈ ਹੀ ਨਹੀਂ ਸੀ ਇੱਥੇ ਦੁਨੀਆ ਤੇ, ਉਦੋਂ ਆਪਾਂ ਹੈ ਨਹੀਂ ਸੀ ਨਾ। ਫਿਰ ਇਹੋ ਜਿਹਾ ਦਿਨ ਆਇਆ ਜਦੋਂ ਆਪਣਾ ਜਨਮ ਹੋਇਆ, ਆਪਾਂ ਹੈਗੇ ਆ, ਹੁਣ ਆਪਾਂ ਹੈਗੇ ਆ। ਇੱਕ ਦਿਨ ਇਹੋ ਜਿਹਾ ਦਿਨ ਆਉਣਾ ਜਦੋਂ ਆਪਾਂ ਹੋਣਾ ਨਹੀਂ, ਆਪਾਂ ਝੂਠ ਹਾਂ। ਗੁੱਸਾ ਵੀ ਇਵੇਂ ਹੀ ਆ, ਗੁੱਸਾ ਸੱਚ ਨਹੀਂ ਹੁੰਦਾ, ਗੁੱਸਾ ਵੀ ਇਦਾਂ ਹੀ ਆ। ਗੁੱਸਾ ਪਹਿਲਾਂ ਬੰਦਾ ਸ਼ਾਂਤ ਬੈਠਾ ਹੁੰਦਾ, ਫਿਰ ਬੰਦੇ ਨੂੰ ਗੁੱਸਾ ਆ ਜਾਂਦਾ, ਫਿਰ ਘੰਟੇ ਕੁ ਬਾਅਦ ਹੁੰਦਾ ਨਹੀਂ। ਜਿਹੜੀ ਚੀਜ਼ ਪਹਿਲਾਂ ਨਹੀਂ ਸੀ ਹੁਣ ਹੈਗੀ ਆ, ਫਿਰ ਨਹੀਂ ਹੋਣੀ, ਉਹ ਝੂਠ ਹੁੰਦੀ ਆ। ਅਸੀਂ ਝੂਠ ਪਿੱਛੇ ਲੱਗ ਕੇ ਆਪਦੇ ਰਿਸ਼ਤੇ ਖਰਾਬ ਕਰ ਰਹੇ ਹਾਂ। ਗੁੱਸੇ ਤੋਂ ਵੱਡਾ ਝੂਠ ਕੋਈ ਹੋ ਨਹੀਂ ਸਕਦਾ। ਇਵੇਂ ਹੀ ਵਾਸ਼ਨਾ ਵਾ, ਬੰਦਾ ਬਿਲਕੁਲ ਸ਼ਾਂਤ ਹੁੰਦਾ, ਵਾਸ਼ਨਾ ਆਉਂਦੀ ਆ ਉਹ 'ਚ, ਫਿਰ ਸ਼ਾਂਤ ਹੁੰਦਾ। ਉਹ ਵਾਸ਼ਨਾ ਦੇ ਵਿੱਚ ਆ ਕੇ ਉਹ ਮੈਲੇ ਕਰਮ ਕਰ ਬੈਠਦਾ ਤੇ ਉਹਨੂੰ ਸਜ਼ਾ ਹੋ ਜਾਂਦੀ। ਉਹਨੂੰ ਪਤਾ ਨਹੀਂ ਨਾ ਲੱਗਦਾ ਵੀ ਇਹ ਝੂਠ ਆ। ਝੂਠ ਜ਼ਿੰਦਗੀ ਬੰਦੇ ਦੀ ਬਰਬਾਦ ਕਰ ਦਿੰਦਾ। ਬੋਲਣ ਵਾਲਾ ਝੂਠ ਨਹੀਂ। ਜਦੋਂ ਆਪਾਂ ਜ਼ਿੰਦਗੀ ਨੂੰ ਐਵੇਂ ਜਿਉਂਦੇ ਆ ਵੀ ਅਸੀਂ ਸਦਾ ਵਾਸਤੇ ਇੱਥੇ ਆ, ਜਿਹੜਾ ਬੰਦਾ ਇਹ ਮੰਨੀ ਫਿਰਦਾ ਨਾ ਵੀ ਮੇਰਾ ਸਦਾ ਹੀ ਇੱਥੇ ਟਿਕਾਣਾ ਵਾ, ਉਹ ਬੰਦਾ ਪਾਪ ਕਰਨ ਤੋਂ ਕਦੇ ਹਟ ਨਹੀਂ ਸਕਦਾ। ਜਿਹੜਾ ਬੰਦਾ ਇਹ ਮੰਨ ਲਿਆ, ਜਿਸ ਨੇ ਅੰਦਰ ਵਸਾਲੀ ਮੈਂ ਪ੍ਰਾਹੁਣਾ ਹਾਂ 4 ਦਿਨਾਂ ਦਾ। ਭਗਤ ਕਬੀਰ ਜੀ ਦਾ ਇੱਕ ਬੜਾ ਸੋਹਣਾ ਬਚਨ ਹੈ, ਮਾਟੀ ਕੇ ਹਮ ਪੁੱਤਰੇ। ਕਬੀਰ, ਮਾਟੀ ਕੇ ਹਮ ਪੁੱਤਰੇ, ਮਾਨਸ ਰਾਖਿਓ ਨਾਉ। ਕਹਿੰਦੇ ਅਸੀਂ ਮਿੱਟੀ ਦੇ ਪੁਤਲੇ ਆ, ਮਿੱਟੀ ਦੇ ਪੁਤਲੇ ਆ। ਮਿੱਟੀ ਦੇ ਪੁਤਲੇ ਕਿਵੇਂ ਆ? ਮਿੱਟੀ ਤੋਂ ਖੁਰਾਕ ਚੱਲਦੀ ਆ। ਆਪਣੀ ਖੁਰਾਕ ਕਿੱਥੇ ਆਪਾਂ ਉਗਾਉਂਦੇ ਆ? ਮਿੱਟੀ 'ਚ ਉਗਾਉਂਦੇ ਆ ਨਾ। ਕਣਕ, ਝੋਨਾ, ਮੱਕੀ, ਮਿੱਟੀ ਤੋਂ ਖੁਰਾਕ ਚੱਲਦੀ ਆ। ਖੁਰਾਕ ਤੋਂ ਖੂਨ ਬਣਦਾ। ਮਾਂ ਦੇ ਗਰਭ ਵਿੱਚ ਬੱਚਾ ਹੁੰਦਾ, ਉਹ ਖਾਂਦੀ ਆ, ਉਹ ਖੁਰਾਕ ਉਹਦੇ ਤੱਕ ਪਹੁੰਚਦੀ ਆ। ਉਹ ਖੁਰਾਕ ਆਉਂਦੀ ਕਿੱਥੋਂ ਆ? ਮਿੱਟੀ ਤੋਂ ਆਉਂਦੀ ਆ। ਮਿੱਟੀ ਤੋਂ ਖੁਰਾਕ ਚੱਲਦੀ ਆ, ਖੁਰਾਕ ਤੋਂ ਖੂਨ ਬਣਦਾ, ਖੂਨ ਤੋਂ ਬਿੰਦ ਬਣਦਾ, ਬਿੰਦ ਤੋਂ ਮਾਸ ਦਾ ਲੋਥੜਾ ਬਣਦਾ, ਮਾਸ ਦੇ ਲੋਥੜੇ ਤੋਂ ਬੱਚਾ, ਬੱਚੇ ਤੋਂ ਜਵਾਨ, ਜਵਾਨ ਤੋਂ ਬੁੱਢਾ, ਬੁੱਢੇ ਤੋਂ ਬਾਅਦ ਮੌਤ ਆ।
ਉਹਦਾ ਇਹ ਨਹੀਂ ਪਤਾ ਵੀ ਉਹ ਜਵਾਨੀ 'ਚ ਵੀ ਆ ਜੇ ਤੇ ਬਚਪਨ ਅਵਸਥਾ 'ਚ ਵੀ ਆ ਜੇ, ਬੁਢਾਪੇ ਤੋਂ ਬਾਅਦ ਤਾਂ ਪੱਕੀ ਮੋਹਰ ਆ ਵੀ ਉਹਨੇ ਆਉਣਾ ਹੀ ਆਉਣਾ। ਬਾਅਦ 'ਚ ਆਪਾਂ ਉਹਨੂੰ ਜਾ ਕੇ ਦਬਾਏ ਨਾ, ਚਾਹੇ ਜਲਾਏ ਚਾਹੇ ਦਫਨਾਏ, ਉਹ ਖਾਕ ਹੋ ਗਿਆ, ਉਹ ਮਿੱਟੀ ਹੋ ਗਿਆ। ਮਿੱਟੀ 'ਚ ਰਲ ਗਈ, ਮਿੱਟੀ ਆ ਬੰਦਾ। ਕਬੀਰ ਮਾਟੀ ਕੇ ਹਮ ਪੁੱਤਰੇ, ਅਸੀਂ ਇੱਕ ਮਿੱਟੀ ਦੇ ਪੁਤਲੇ ਹਾਂ। ਮਾਨਸ ਰਾਖਿਓ ਨਾਮ, ਸਾਡੇ ਮਾਤਾ ਪਿਤਾ ਨੇ ਸਾਡਾ ਨਾਮ ਰੱਖ ਦਿੱਤਾ, ਜਿਹਨੇ ਜੋ ਰੱਖ ਦਿੱਤਾ ਉਹ ਅਸੀਂ ਮੰਨ ਲਿਆ। ਨੈਣ ਨਕਸ਼ ਵੀ ਸਾਡੀ ਮਰਜ਼ੀ ਨਾ ਨਹੀਂ ਮਿਲੇ, ਨਾ ਵੀ ਸਾਡੀ ਮਰਜ਼ੀ ਦਾ ਨਹੀਂ ਮਿਲਿਆ। ਜੋ ਰੱਖਤਾ ਉਹ ਅਸੀਂ ਰੱਖ ਲਿਆ। ਜੋ ਕਹਿਤਾ ਵੀ ਇਹ ਫਲਾਣਾ ਸਿੰਘ ਜਾਂ ਕੌਰ ਆ ਤੇ ਉਹ ਅਸੀਂ ਹੋ ਗਏ। ਅੱਧਾ ਨਾਮ ਸਾਡਾ ਗੁਰੂ ਨੇ ਰੱਖਿਆ ਹੋਇਆ, ਸਿੰਘ ਤੇ ਕੌਰ ਪਿੱਛੇ। ਅੱਧਾ ਨਾਮ ਸਾਡੇ ਦਾਦਾ ਦਾਦੀ, ਅੱਧਾ ਨਾਮ ਸਾਡੇ ਮਾਤਾ ਪਿਤਾ ਨੇ ਰੱਖਿਆ ਹੋਇਆ ਵਾ, ਜੋ ਵੀ ਸਾਨੂੰ ਪਿਆਰ ਕਰਨ ਵਾਲੇ ਨੇ। ਇੱਦਾਂ ਕਰਕੇ ਬਾਣੀ ਕਹਿ ਰਹੀ ਆ ਵੀ ਦੇਖੋ ਇਨਸਾਨ ਜਿਹੜਾ ਹੈ ਉਹਦਾ ਇੱਥੇ ਹੈ ਕੀ। ਮਿੱਟੀ ਤੋਂ ਖੁਰਾਕ ਚੱਲੀ, ਖੁਰਾਕ ਤੋਂ ਖੂਨ, ਖੂਨ ਤੋਂ ਬਿੰਦ, ਬਿੰਦ ਤੋਂ ਮਾਸ ਦਾ ਲੋਥੜਾ, ਮਾਸ ਦਾ ਲੋਥੜਾ ਬੱਚਾ, ਬੱਚੇ ਤੋਂ ਜਵਾਨ, ਜਵਾਨ ਤੋਂ ਬਾਅਦ ਬਜ਼ੁਰਗ ਤੇ ਫਿਰ ਮੌਤ ਆ। ਇਹੀ ਆ, ਇਹ ਬੰਦੇ ਦਾ ਜੀਵਨ ਹੈ, ਇਹ ਬੰਦੇ ਦੀ ਕਹਾਣੀ ਆ। ਗੁਰਬਾਣੀ ਵਿੱਚ ਇੱਕ ਬੜੀਆਂ ਸੋਹਣੀਆਂ ਪੰਕਤੀਆਂ ਨੇ, ਦੇਖੋ ਧਿਆਨ ਨਾਲ ਸੁਣੋ ਇਹਨਾਂ ਨੂੰ। ਖੁਦ ਬਾਣੀ ਅਰਥਾਂ ਦੇ ਨਾਲ ਪੜ੍ਹਿਆ ਕਰੋ, ਥੋੜ੍ਹੀ ਪੜ੍ਹ ਲਿਆ ਕਰੋ, ਸੋਹਣੇ ਢੰਗ ਨਾਲ ਪੜ੍ਹਿਆ ਕਰੋ। 10 ਬਾਲਤਨ 20 ਰਵਣ। 10 ਸਾਲਾਂ ਦਾ ਜਦੋਂ ਮਨੁੱਖ ਹੁੰਦਾ, ਆਪਾਂ ਕਹਿੰਦੇ ਬੱਚਾ ਵਾ। ਇਹ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਆ। 10 ਬਾਲਤਨ 20 ਰਵਣ, ਜਦੋਂ 20 ਦਾ ਹੋ ਜਾਂਦਾ ਆਪਾਂ ਕਹਿੰਦੇ ਬੜਾ ਸੋਹਣਾ ਵਾ, ਜਵਾਨ ਹੋ ਗਿਆ। 30 ਕਾ ਸੁੰਦਰ ਕਹਾਵੇ, 30 ਦਾ ਹੁੰਦਾ ਆਪਾਂ ਕਹਿੰਦੇ ਆ ਹੁਣ ਪੂਰੀ ਜਵਾਨੀ ਵਿੱਚ ਹੈ, ਬੜਾ ਸੋਹਣਾ ਲੱਗਦਾ ਇਹਦਾ ਸਰੂਪ, ਬਿਲਕੁਲ ਉਮੰਗਾ ਅੰਦਰ ਤਰੰਗਾ। 10 ਬਾਲਤਨ 20 ਰਵਣ, 30 ਕਾ ਸੁੰਦਰ ਕਹਾਵੇ। 40 ਪੁਰ ਹੋਏ, 85 ਪੱਗ ਖਿਸੈ, 60 ਕੇ ਵਡੇਪਾ ਆਵੇ। ਗੁਰੂ ਮਹਾਰਾਜ ਕਹਿੰਦੇ 40 ਪੁਰ ਹੋਏ। ਜਦੋਂ 40 ਸਾਲਾਂ ਦਾ ਹੋ ਜਾਂਦਾ ਤੇ ਉਦੋਂ ਆਪਾਂ ਕਹਿੰਦੇ ਆ ਵੀ ਹੁਣ ਇਹ ਅੱਧ ਖੜ ਉਮਰ ਦੇ ਵੱਲ ਜਾ ਰਿਹਾ। 85 ਪੱਗ ਖਿਸੈ, ਜਦੋਂ ਉਹ 50 ਸਾਲਾਂ ਦਾ ਹੋ ਜਾਂਦਾ ਤੇ ਉਹਦਾ ਪੈਰ ਖਿਸਕਣਾ ਸ਼ੁਰੂ ਹੋ ਜਾਂਦਾ ਬੁਢਾਪੇ ਵੱਲ, ਜਵਾਨੀ ਤੋਂ ਪੈਰ ਖਿਸਕਦਾ ਉਹਦਾ। 85 ਪੱਗ ਖਿਸੈ, 60 ਕੇ ਬੁਢੇਪਾ ਆਵੇ। ਜਦੋਂ 60 ਸਾਲ ਦਾ ਹੋ ਜਾਣਾ ਆਪਾਂ ਕਹਿੰਦੇ ਬਜ਼ੁਰਗ ਹੋ ਗਿਆ, ਇਹਦੀ ਚਿੱਟੇ ਵਾਲ ਆ ਗਏ, ਕਾਲੀ ਹੂੰ ਫੁੰਨ ਧੌਲੇ ਆਏ, ਹੁਣ ਧੌਲੇ ਆ ਗਏ, ਬੁਢੇਪਾ ਹੋ ਗਿਆ। 70 ਕਾ ਮਤਹੀਣ, ਜਦੋਂ 17 ਸਾਲਾਂ ਦਾ ਬੰਦਾ ਹੋ ਜੇ ਤੇ ਉਹਦੀ ਜਿਹੜੀ ਬੁੱਧ ਆ ਉਵੇਂ ਕੰਮ ਨਹੀਂ ਕਰਦੀ ਜਿਵੇਂ ਜਵਾਨੀ 'ਚ ਕਰਦੀ ਸੀ, ਉਹਦੀ ਮਤਹੀਣੀ ਹੋ ਜਾਂਦੀ ਆ। 80 ਕਾ ਵਿਵਹਾਰ ਨਾ ਪਾਵੇ, ਜਦੋਂ 80 ਦਾ ਹੋ ਜਾਂਦਾ ਫਿਰ ਕਿਸੇ ਕੰਮਕਾਰ ਜੋਗਾ ਰਹਿੰਦਾ ਨਹੀਂ, ਉਹਦਾ ਸਰੀਰ ਢਲ ਜਾਂਦਾ। 90 ਕਾ ਸਹਿਜਾਸਣੀ, ਜਦੋਂ 90 ਦਾ ਹੋ ਜਾਂਦਾ ਉਹਦਾ ਮੰਜੇ ਨਾਲ ਪਿਆਰ ਹੋ ਜਾਂਦਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਫਿਰ ਉਹਦਾ ਉੱਠਿਆ ਨਹੀਂ ਜਾਂਦਾ ਉਹ ਤੋਂ ਸਹੀ ਢੰਗ ਦੇ ਨਾਲ। ਬਹੁਤੀ ਵਾਰ ਇੱਦਾਂ ਹੀ ਹੁੰਦਾ। ਹੋ ਸਕਦਾ ਕੋਈ 90 ਦਾ ਹੋ ਕੇ ਤੁਰ ਫਿਰ ਰਿਹਾ, ਬੜੀ ਚੰਗੀ ਗੱਲ ਆ, ਪਰ ਜ਼ਿਆਦਾ ਕਰਕੇ ਉਹਦਾ ਮੰਜੇ ਨਾਲ ਪਿਆਰ ਪੈ ਜਾਂਦਾ, ਸਹਿਜਾਸਣੀ ਹੋ ਜਾਂਦਾ। 90 ਕਾ ਸਹਿਜਾਸਣੀ, 80 ਕਾ ਵਿਵਹਾਰ ਨਾ ਪਾਵੇ। ਇੱਦਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਕਿ ਇਹ ਜੱਗ ਸਾਰਾ ਮੈਂ ਦੇਖ ਲਿਆ ਵਾ, ਇਹ ਸਾਰਾ ਜੱਗ ਮੈਂ ਦੇਖ ਲਿਆ। ਨਾਨਕ ਜਗ ਧੂਏ ਕਾ ਧਵਲ ਹਰ, ਇਹ ਧੂਏ ਦਾ ਪਹਾੜ ਆ। ਧੂਏ ਦਾ ਪਹਾੜ ਦਾ ਮਤਲਬ ਕੀ ਹੋ ਗਿਆ? ਧੂਆਂ ਤੁਸੀਂ ਵੇਖਿਆ ਕਦੇ ਗੌਰ ਦੇ ਨਾਲ? ਹੁਣ ਇੱਥੇ ਆ ਫਿਰ ਉੱਥੇ ਆ, ਟਿਕਦਾ ਨਹੀਂ ਹੁੰਦਾ ਉਹ। ਇੱਦਾਂ ਹੀ ਨਾ ਤਾਂ ਬਚਪਨ ਸਦਾ ਟਿਕਦਾ। ਇਹ ਕਹਿ ਰਹੇ ਨੇ ਨਾਨਕ ਜਗ ਧੂਏ ਕਾ ਧਵਲ ਹਰ,
ਨਾ ਤਾਂ ਕਦੇ ਬਚਪਨ ਟਿਕਦਾ ਚਲਿਆ ਜਾਂਦਾ, ਨਾ ਹੀ ਕਦੇ ਜਵਾਨੀ ਟਿਕਦੀ ਆ ਚਲੀ ਜਾਂਦੀ ਆ ਧੂਏ ਦੇ ਵਾਂਗ, ਨਾ ਹੀ ਬੁਢਾਪਾ ਵੀ ਟਿਕਦਾ, ਨਾ ਹੀ ਬੁਢਾਪਾ ਟਿਕਦਾ ਉਹ ਵੀ ਨਹੀਂ ਰਹਿੰਦਾ। ਮੈਂ ਇੱਕ ਪੁਸਤਕ ਪੜ੍ਹੀ, ਕਹਿੰਦੇ ਕਈ ਵਾਰੀ ਅਸੀਂ ਬੁਢਾਪੇ ਦੀਆਂ ਸ਼ਿਕਾਇਤਾਂ ਕਰਨ ਲੱਗ ਜਾਂਦੇ ਹਾਂ। ਕਈ ਵਾਰ, ਬਹੁਤ ਸੋਹਣੀ ਗੱਲ ਹੈ, ਦੇਖੋ ਧਿਆਨ ਨਾਲ ਸੁਣੋ, ਕਹਿੰਦੇ ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਬਜ਼ੁਰਗੀ ਤਾਂ ਬਹੁਤ ਔਖੀ ਹੁੰਦੀ ਆ, ਮੰਨਦੇ ਹਾਂ ਇਹਦੇ ਵਿੱਚ ਤਕਲੀਫ ਹੁੰਦੀ ਆ ਸਰੀਰ ਦੀ, ਪਰ ਉਹ ਕਹਿੰਦੇ ਨਾ ਬੁਢਾਪੇ ਦੀਆਂ ਜ਼ਿਆਦਾ ਗੁਰੂ ਨੂੰ ਸ਼ਿਕਾਇਤਾਂ ਨਹੀਂ ਕਰਨੀਆਂ ਚਾਹੀਦੀਆਂ। ਕਿਉਂ? ਕਈਆਂ ਤੇ ਬੁਢਾਪਾ ਵੀ ਨਹੀਂ ਆਉਂਦਾ, ਉਹਨਾਂ ਨੂੰ ਜਵਾਨੀ 'ਚ ਰੱਬ ਲੈ ਜਾਂਦਾ। ਕਈਆਂ ਨੇ ਇਹ ਰੰਗ ਦੇਖਿਆ ਹੀ ਨਹੀਂ, ਕਈਆਂ ਨੇ ਇਹ ਅਵਸਥਾ ਦੇਖੀ ਹੋਈ ਨਹੀਂ। ਜਿਹੜੇ ਬਜ਼ੁਰਗੀ 'ਚ ਜਾਂਦੇ ਨੇ, ਗੁਰਬਾਣੀ ਕਹਿੰਦੀ ਉਹ ਕਰਮਾਂ ਵਾਲੇ ਹੁੰਦੇ ਨੇ, ਉਹਨਾਂ ਨੇ ਉਹ ਰੰਗ ਦੇਖਿਆ ਹੁੰਦਾ। ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ, ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਪਹਿਲੀ ਗੱਲ ਤਾਂ ਕਹਿੰਦੇ ਬਚਪਨ ਅਵਸਥਾ ਵੇਖਣੀ, ਜਵਾਨੀ ਦੇਖਣੀ ਤੇ ਬਜ਼ੁਰਗੀ ਦੇਖਣੀ, ਇਹ ਵੱਡੇ ਭਾਗਾਂ ਵਾਲਿਆਂ ਨੂੰ ਨਸੀਬ ਹੁੰਦੀ ਬਜ਼ੁਰਗੀ ਜਿਹੜੀ ਹੁੰਦੀ ਹੈ। ਕਈ ਵਾਰੀ ਅਸੀਂ ਉਲਾਂਭੇ ਦੇਣ ਲੱਗ ਜਾਂਦੇ ਹਾਂ ਰੱਬ ਨੂੰ, ਤੂੰ ਸਾਨੂੰ ਇੱਦਾਂ ਰੋਗ ਲਾਤਾ। ਬਜ਼ੁਰਗੀ ਅਸਲ 'ਚ ਹੁੰਦੀ ਹੀ ਰੋਗ ਦਾ ਨਾਮ ਆ, ਰੋਗ ਲੱਗਣੇ ਹੀ ਹੁੰਦੇ ਨੇ। ਉਦੋਂ ਤਾਂ 90 ਕਾ ਸਹਿਜਾਸਣੀ, ਮੂਲ ਨਾ ਜਾਣੈ ਆਪ ਬਲ, ਢੰਡੋਲਮ ਢੂੰਡਮ ਡੈਠ ਮੈਂ, ਨਾਨਕ ਜਗ ਧੂਏ ਕਾ ਧਵਲ ਹਰ। ਉਹ ਹੈ ਹੀ ਰੋਗ ਦਾ ਨਾਮ ਹੀ ਹੁੰਦੀ ਹੈ। ਪਰ ਮਹਾਰਾਜ ਕਹਿੰਦੇ ਦੇਖੋ ਜਵਾਨ ਚਲੇ ਗਏ ਨੇ ਨਾ, ਜਵਾਨਾਂ ਨੂੰ ਬਜ਼ੁਰਗੀ ਨਸੀਬ ਨਹੀਂ ਹੋਈ। ਸੱਦਾ ਮਾਰਿਆ ਤੇ ਉਹਨਾਂ ਨੂੰ ਆਪਣੇ ਨਾਲ ਲੈ ਗਏ ਵਾਹਿਗੁਰੂ ਜੀ, ਵਿਆਹ ਕੇ ਲੈ ਗਿਆ ਮੌਤ ਦਾ ਲਾੜਾ। ਜੇ ਤੁਸੀਂ ਬਜ਼ੁਰਗ ਹੋ ਉਹਦੇ ਉਲਾਂਭੇ ਨਾ ਦਿਓ, ਸ਼ੁਕਰ ਕਰੋ। ਕਈਆਂ ਤੇ ਅਵਸਥਾ ਆਉਂਦੀ ਨਹੀਂ ਹੈਗੀ, ਇਹ ਰੰਗ ਦੇਖਣ ਨੂੰ ਮਿਲਦਾ ਹੀ ਨਹੀਂ ਹੈਗਾ ਕਈਆਂ ਨੂੰ, ਇਹ ਸ਼ੁਕਰ ਵਾਲੀ ਗੱਲ ਆ। ਮਹਾਰਾਜ ਇਹ ਕਹਿ ਰਹੇ ਨੇ, ਫਿਰ ਨਾਲ ਕੀ ਆਖਿਆ, ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਣ। ਪਰ ਤੇਰੀ ਬਜ਼ੁਰਗੀ 'ਚ ਵਾਹਿਗੁਰੂ ਦਾ ਪਿਆਰ ਹੋਣਾ ਚਾਹੀਦਾ, ਨਹੀਂ ਤੇਰੇ ਬਜ਼ੁਰਗ ਹੋਏ ਦੇ ਕੋਈ ਅਰਥ ਨਹੀਂ ਹੈਗੇ। ਇਵੇਂ ਕਹਿ ਰਹੇ ਨੇ ਤਿੰਨੋਂ ਗੱਲਾਂ ਨੂੰ। ਜੇ ਕੋਈ ਬਚਪਨ 'ਚ ਵਾਹਿਗੁਰੂ ਨਾਲ ਪਿਆਰ ਨਹੀਂ ਪਿਆ, ਉਹ ਬਚਪਨ ਵੀ ਬੇਅਰਥ ਆ। ਚਲੋ ਬਚਪਨ 'ਚ ਆਪਾਂ ਕਹਿੰਦੇ ਵੀ ਬੱਚਾ ਵਾ, ਜਵਾਨ ਹੋ ਗਿਆ, ਜੇ ਜਵਾਨੀ 'ਚ ਨਹੀਂ ਪਿਆ ਪਿਆਰ ਵਾਹਿਗੁਰੂ ਨਾਲ, ਉਹਦੀ ਜਵਾਨੀ ਵੀ ਬੇਅਰਥ ਆ। ਅੱਗੇ ਬਜ਼ੁਰਗ ਹੋ ਗਿਆ, ਇਹ ਰੰਗ ਤੈਨੂੰ ਵਾਹਿਗੁਰੂ ਨੇ ਦੇ ਦਿੱਤਾ। ਜੇ ਹੁਣ ਵੀ ਤੇਰਾ ਪਿਆਰ ਨਹੀਂ ਨਾ ਪਿਆ, ਜੇ ਹੁਣ ਵੀ ਤੇਰਾ ਪਿਆਰ ਨਹੀਂ ਪਿਆ, ਹੁਣ ਵੀ ਫਿਰ ਲਾਂਤ ਹੈ, ਬੇਅਰਥ ਹੈ ਤੂੰ। ਬਾਲ ਜਵਾਨੀ ਬਿਰਧ ਫੁਨ ਤੀਨ ਅਵਸਥਾ ਜਾਨ, ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਣ। ਉਹ ਕਰਮਾਂ ਵਾਲੇ ਹੁੰਦੇ ਨੇ ਜਿਹੜੇ ਜਵਾਨੀ ਵੀ, ਜਿਹੜੇ ਬਚਪਨ ਵੀ ਤੇ ਬੁਢੇਪਾ ਵੀ, ਜਿਨ੍ਹਾਂ ਤੇ ਤਿੰਨੋਂ ਰੰਗ ਆਉਂਦੇ ਨੇ। ਪਹਿਲਾਂ ਇਹ ਕਹਿ ਦਿੱਤਾ ਕਰਮਾਂ ਵਾਲੇ ਨੇ ਜਿਨ੍ਹਾਂ ਤੇ ਤਿੰਨੇ ਰੰਗ ਆਉਂਦੇ ਨੇ। ਪਰ ਜੇ ਇਹ ਰੰਗਾਂ ਨੂੰ ਵੇਖ ਕੇ ਤੂੰ ਵਾਹਿਗੁਰੂ ਨੂੰ ਭੁੱਲ ਗਿਆ ਵਾ, ਫਿਰ ਤੇਰੀ ਬਚਪਨ ਅਵਸਥਾ ਵੀ ਨਿਖੇਧਾ, ਜਵਾਨੀ ਵੀ ਤੇਰੀ ਕਿਸੇ ਕੰਮ ਨਹੀਂ, ਤੇ ਤੇਰਾ ਬਜ਼ੁਰਗੀ ਇਹ ਵੀ ਤੇਰੀ ਕਿਸੇ ਕੰਮ ਨਹੀਂ, ਵਿਅਰਥ। ਇੱਦਾਂ ਬਾਣੀ ਸਮਝਾ ਰਹੀ ਆ। ਕਰ ਬੰਦਗੀ ਛਾੜ ਮੈਂ ਮੇਰਾ, ਹਿਰਦੈ ਨਾਮ ਸਮਾਰ ਸਵੇਰਾ, ਜਨਮ ਸਰਾਨੋ ਪੰਥ ਨਾ ਸਵਾਰਾ, ਸਾਂਝ ਪਰੀ ਦੈ ਦਿਸ ਅੰਧਿਆਰਾ। ਬੰਦਗੀ ਕਰ ਮੈਂ ਮੇਰੀ ਛੱਡ ਦੇ, ਕਰ ਬੰਦਗੀ ਛਾੜ ਮੈਂ ਮੇਰਾ, ਹਿਰਦੈ ਨਾਮ ਸਮਾਰ ਸਵੇਰਾ। ਵਾਹਿਗੁਰੂ ਦਾ ਜਿਹੜਾ ਨਾਮ ਆ ਉਹ ਅੰਮ੍ਰਿਤ ਵੇਲੇ ਉੱਠ ਕੇ ਜਪ। ਜਨਮ ਸਰਾਨੋ ਪੰਥ ਨਾ ਸਵਾਰਾ, ਜੇ ਤੂੰ ਆਪਦਾ ਰਸਤਾ ਹੀ ਨਾ ਸਾਫ਼ ਕੀਤਾ, ਪੰਥ ਦੇ ਅਰਥ ਹੁੰਦੇ ਨੇ ਰਸਤਾ, ਉਹਨੂੰ ਹੁੰਝਿਆ ਹੀ ਨਾ, ਸਾਂਝ ਪਰੀ ਦੈ ਦਿਸ ਹੰਧਿਆਰਾ। ਤੇ ਜਿਹੜੀ ਇਹ ਸੰਧਿਆ ਹੋ ਰਹੀ ਆ ਤੇਰੀ ਜ਼ਿੰਦਗੀ ਦੀ, ਨਿੱਤ ਹੀ ਇੱਕ ਕਦਮ ਤੂੰ ਮੌਤ ਵੱਲ ਜਾ ਰਿਹਾ। ਕਹਿ ਰਵਿਦਾਸ ਨਿਧਾਨ ਦੀਵਾਨੇ, ਭਗਤ ਰਵਿਦਾਸ ਜੀ ਕਹਿ ਰਹੇ ਨੇ, ਹੇ ਦੀਵਾਨੇ, ਹੇ ਨਿਧਾਨ, ਹੇ ਝੱਲੇ ਮਨੁੱਖ, ਮੈਂ ਤੈਨੂੰ ਸਮਝਾ ਰਿਹਾ। ਦੀਵਾਨੇ ਦੇ ਅਰਥ ਕੀ ਹੁੰਦੇ ਨੇ?
ते कमला बौरा झल्ला। हे दीवाने मसते हुए मनुख, मैं तेनू कह रहा, चेतस नाही दुनिया फन खाने। की कह रहे ने? मौत दी कचहरी विचों कोई बरी नहीं होया, ये कह रहे ने। चाहे तेरे घरे बहुत कुछ आ, चाहे तेरे घरे आटा बहुत आ, ड्रम ना तेरी कणक भरी पई आ, चाहे तेरे घरे एक लूण भी है नहीं, दोनों नूं कह रहे ने, अमीर नूं भी गरीब नूं भी। कहंदे मौत दी कचहरी विचों कोई बरी नहीं होया, ये तू याद रख। नीवा हो, सारियां नाल प्यार ना रह, कर बंदगी छाड़ मैं मेरा। ये गुरु साहब जी सानू समझा रहे ने, कह रहे ने वो दिन तेरे ते भी आवेगा। मैं महात्मा बुद्ध जी की एक पुस्तक पढ़ी, उन्हों का ग्रंथ आ धम्म पद। उन्हां दीयां गल्लां गुरबाणी नाल बड़ियां मैच करदियां ने। उह च लिखिया, कहंदे अफसोस है जे तू बंदगी ना कीती, फिर अफसोस है ये तेरा शरीर जल्दी ही धरती ते पिया होवेगा, बेसुध सुक्की हुई लक्कड़ दे वांग। इदां होनी है तेरे नाल। जे बंदगी ना कीती फिर अफसोस आ, जे तू बंदगी करके मर गया फिर अफसोस नहीं हैगा कोई, फिर चाव आ, फिर चाव आ। गुरमुख लाहा लै गए फिर चाव आ, जे ना कीती फिर मन मुख चले मूल गवाए जी। इवें हो जाएगा, इवें हो जाएगा। धर्म राय ने जदों जमदूत घल्ले, तुरदी चिट्ठी फड़ाउणगे आण बंदे, खाली पिंजरा खड़कदा रह जाना, ला जाऊगा भौर उड़ान बंदे। तेरी सांझ परिवार नालों मुक जानी, विच रहे ना जदों प्राण बंदे। सारे तक्कणगे तैनू तू तक्कना नहीं, पिया होएगा लम्मियां ताण बंदे। भाईचारे ने तैनू करवा देना, जांदी वार दा इशनान बंदे। तेरी अर्थी नू अपने ला मोढे, तैनू वल शमशान लै जाण बंदे। तेरे नाल सी जिन्हां दा रोस भावें, अज अथरू केरदे जाण बंदे। नी रबाबीआ परत के फेर आउणा, छड्ड जाएगा जग जहान बंदे, छड्ड जाएगा जग जहान बंदे। सो अज दा ये हुक्मनामा सारा ही मौत दे प्रकरणां नाल भरिया होया है। भगत रविदास जी ने साडी रूह नूं फड़ के हलूणिया वा मौत याद करवाई आ, सच दी याद करवाई आ। इन्नियां क बेनतियां स्वीकार करो। गुरु महाराज दी शान, प्यारे भगत रविदास जी दी शान बड़ी निराली है। बोलदे एक नहीं, अनेकां प्रकार दीयां भुल्लां हो गईयां हन। गुरु दी प्यारी साध संगत ਅਤੇ सतगुरु जी आप ही बख्श लैण जी। आओ हुण आपां उस अकाल पुरख वाहिगुरु प्यारे नूं याद करिए। वाहे गुरु वाहे 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 गुरु वाहे गुरु वाहे गुरु वाहे गुरु वाहे गुरु वाहे वाहे